पंजाब दे सिर जिन्नी करजे दी पंड है, उस करजे दी पंड नूं हौली हौली ईमानदार राजनीति दे नाल, चंगी गुड गवर्नेंस दे नाल, भ्रिष्टाचार नूं खत्म करके उस पंड नूं हौली हौली हल्का भी करन लगे होए आ। रैवन्यू दे जिहड़े रिसोर्सिस ने, चाहे GST दे विचों, चाहे एक्साइज दे विचों, चाहे ट्रांसपोर्टेशन दे विचों, चाहे स्टैंप ड्यूटी दे विचों है, इन्हां दे विचों रैवन्यू जनरेट भी करन लगे आ। ते जदों जिवें जिवें रैवन्यू दी पोजीशन थोड़ी जी ठीक हो जाएगी, ਉਹਦੇ ਨਾਲ ਅਸੀਂ ਇਹ ਵੀ ਬੜੀ ਜਲਦੀ ਦੇਣਾ ਸ਼ੁਰੂ ਕਰ ਦਿਆਂ। ਤੁਹਾਨੂੰ ਮੈਂ ਕਿਸ ਤਰੀਕੇ ਦੀ, ਕਿਸ ਕਦਰ ਦੀ ਲੁੱਟ ਸੀਗੀ, ਉਹਦੀ ਇੱਕ ਨਿੱਕੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ। ਸਾਰੇ ਪੰਜਾਬ ਦੇ ਵਿੱਚ ਗੱਲ ਕਰਦੇ ਹੋ ਜੀ, ਦੇਖੋ ਇਸ ਤਰ੍ਹਾਂ ਕਿ ਕੱਲ੍ਹ ਇਹਦੇ ਬਾਰੇ CM ਸਾਹਿਬ ਨੇ ਵੀ ਗੱਲ ਕੀਤੀ ਹੈ। ਮੇਰੀ ਜੋ CM ਸਾਹਿਬ ਨੇ ਕਿਹਾ ਹੈ, ਉਹ ਪਿਛਲੇ 7 ਮਹੀਨਿਆਂ ਦੀ ਜੇ ਆਪਾਂ ਗੱਲ ਕਰ ਲਈਏ ਤੇ ਮੇਰੇ ਖਿਆਲ ਦੇ ਵਿੱਚ ਇਹੋ ਜਿਹੀ ਕੋਈ ਮਸਲਾ, ਚਾਹੇ ਸਿੱਧੀ ਬਿਜਾਈ ਦੇ ਪੈਸੇ ਦੀ ਗੱਲ ਕਰ ਲਈ, ਚਾਹੇ ਮੂੰਗੀ ਵਾਲੇ ਪੈਸੇ ਦੀ ਗੱਲ ਕਰ ਲਈ, ਚਾਹੇ ਗੰਨੇ ਦਾ ਰੇਟ ਜਿਹੜਾ ਅੱਜ ਤੋਂ 7 ਮਹੀਨੇ ਪਹਿਲਾਂ ਸਾਰੇ ਮੁਲਕ ਦੇ ਵਿੱਚੋਂ, ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਘੱਟ ਸੀਗਾ, ਅੱਜ ਸਾਰੇ ਮੁਲਕ ਦੇ ਵਿੱਚੋਂ ਵੱਧ ਰੇਟ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ। ਸੋ ਮੇਰੀ ਬੇਨਤੀ ਇਹੀ ਹੈ ਕਿ ਇਹ ਜਿਹੜਾ ਧਰਨੇ ਵਾਲਾ ਕੰਮ ਹੈ ਨਾ ਜੀ, ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਧਰਨੇ ਉੱਥੇ ਲਗਾਉਣ ਦੀ ਲੋੜ ਪੈਂਦੀ ਜਿੱਥੇ ਸਰਕਾਰ ਤੁਹਾਡੀ ਸੁਣਦੀ ਨਾ ਹੋਵੇ। ਜਦੋਂ ਸਰਕਾਰ ਪਹਿਲੇ ਬੋਲ ਦੇ ਉੱਪਰ ਮੀਟਿੰਗਾਂ ਕਰਕੇ ਮਸਲੇ ਹੱਲ ਕਰਨ ਲੱਗੀ ਹੋਈ ਹੈ, ਤੇ ਫਿਰ ਸਿਰਫ ਔਰ ਸਿਰਫ ਆਪਾਂ ਲੋਕਾਂ ਨੂੰ ਦੇ ਵਿੱਚ ਆਪਦੀ ਪ੍ਰੈਜ਼ੈਂਸ ਬਣਾਈ ਰੱਖਣ ਦੇ ਲਈ ਕੁਝ ਕੁ ਸਾਥੀ, ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ, ਜੇ ਉਹ ਇਹੋ ਜਿਹਾ ਕੰਮ ਕਰਨਗੇ ਤੇ ਅਲਟੀਮੇਟਲੀ ਉਹ ਮੇਰੇ ਖਿਆਲ ਦੇ ਵਿੱਚ ਨਾ ਆਮ ਲੋਕਾਂ ਦਾ ਉਹਦੇ ਨਾਲ ਕੋਈ ਭਲਾ ਹੋਣਾ, ਨਾ ਪੰਜਾਬ ਦਾ ਭਲਾ ਹੋਣਾ, ਤੇ ਨਾ ਹੀ ਜਿਹੜੀਆਂ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਦਾ ਭਲਾ ਹੋਣਾ, ਕਿਉਂਕਿ ਉਹ ਆਪਦੀ ਰੈਲੇਵੈਂਸ ਖੋ ਬੈਠਣਗੇ। ਸੋ ਇਸ ਕਰਕੇ ਇਹਦੇ ਉੱਪਰ, ਔਰ ਜੇ ਤੁਸੀਂ ਆਮ ਜਾ ਕੇ ਕਿਸਾਨਾਂ ਨਾਲ ਗੱਲ ਕਰ ਲਓਗੇ ਨਾ ਜੀ, ਉਹ ਤਾਂ ਇਸੇ ਗੱਲ ਦੇ ਵਿੱਚ ਬਾਗੋ ਬਾਗ ਨੇ ਜੀ ਕਿ ਜਿੰਨੀ ਅੱਜ ਇਸ ਵਾਰੀ ਝੋਨੇ ਦੇ ਸਮੇਂ 24 ਘੰਟੇ ਬਿਜਲੀਆਂ ਜਿਹੜੀ ਮਿਲੀਆਂ ਨੇ, ਜਿਸ ਤਰੀਕੇ ਦੇ ਨਾਲ ਹੁਣ ਫਸਲ ਚੱਕੀ ਗਈ ਹੈ, ਫਸਲ ਜਾਂਦੀ ਮਗਰੋਂ ਸੀ, ਬੋਲੀ ਪਹਿਲਾਂ ਹੋ ਜਾਂਦੀ ਸੀ, ਅਗਲੇ ਦਿਨ ਪੇਮੈਂਟ ਪੈ ਜਾਂਦੀ ਹੈ। ਸੋ ਇਹ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਜਿਹੜੇ ਸਰਕਾਰ ਕਰ ਰਹੀ ਹੈ, ਪਰ ਲੋਕਾਂ ਨੂੰ ਇਨਕਨਵੀਨੀਅੰਸ ਕਰਕੇ ਕੁਛ ਇਹਨਾਂ ਦੀ ਇਹੀ ਬੇਨਤੀ ਹੈ ਕਿ ਇਸ ਕੰਮ ਤੋਂ ਹੁਣ ਇਹਦੇ ਨਾਲ, ਇਹਨਾਂ ਧਰਨਿਆਂ ਦੇ ਨਾਲ ਹੁਣ ਅਲਟੀਮੇਟਲੀ ਨੁਕਸਾਨ ਦੇਖੋ ਕਿੰਨਾ ਹੋ ਰਿਹਾ ਹੈ। ਜਿੰਨੀ ਇਨਵੈਸਟਮੈਂਟ ਹੈ ਉਹ ਸਾਰੀ ਦੀ ਸਾਰੀ ਪੰਜਾਬ ਦੇ ਵਿੱਚੋਂ ਆਉਣੋਂ ਗਰੇਜ਼ ਕਰ ਰਹੀ ਹੈ ਕਿ ਜੀ ਇੱਥੇ ਤਾਂ ਧਰਨੇ ਲੱਗੇ ਰਹਿੰਦੇ ਨੇ ਹਰ ਟਾਈਮ। ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਡਿਸਟਿਲਰੀ ਦੇ ਬਾਹਰ ਧਰਨਾ ਲੱਗਿਆ ਹੋਇਆ ਸੀ, ਕਿਸਾਨ ਜਥੇਬੰਦੀਆਂ ਦੇ ਕੁਝ ਲੀਡਰਾਂ ਨੇ ਲਾਇਆ ਹੋਇਆ ਸੀਗਾ, ਉਹਨਾਂ ਦੀ ਫੈਕਟਰੀ ਬੰਦ ਰਹੀ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚਲੇ ਗਏ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ। ਹਾਈ ਕੋਰਟ ਨੇ ਉਹ 5 ਕਰੋੜ ਰੁਪਏ ਜਿਹੜਾ ਉਹ ਪੰਜਾਬ ਨੂੰ ਜੁਰਮਾਨਾ ਪਾਤਾ ਕਿ ਤੁਸੀਂ ਇਹਨਾਂ ਨੂੰ ਪੇ ਕਰੋ। ਹੁਣ ਮੈਨੂੰ ਤੁਸੀਂ ਗੱਲ ਦੱਸੋ ਕਿ ਉਹ 5 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ, ਸਾਡੇ ਕੋਲ ਕਿਹੜਾ ਨੋਟਾਂ ਦੀ ਮਸ਼ੀਨ ਲੱਗੀ ਹੈ ਕਿ ਅਸੀਂ ਨੋਟ ਛਾਪੀਏ ਤੇ ਉਹਨਾਂ ਨੂੰ ਦੇ ਦਈਏ? ਉਹ ਅਲਟੀਮੇਟਲੀ ਬੋਝ ਕਿਤੇ ਪਊਗਾ? ਉਹ ਆਮ ਉਹਨਾਂ ਲੋਕਾਂ ਦੇ ਉੱਪਰ ਪਊਗਾ ਜਿਹੜੇ ਕੋਈ ਚਾਹੇ ਟਰੈਕਟਰ ਦੇ ਉੱਪਰ ਡਰਾਈਵਰੀ ਕਰਦਾ, ਚਾਹੇ ਕੋਈ ਕਿਤੇ ਵਿਚਾਰਾ ਸੇਲਜ਼ਮੈਨ ਹੀ ਕਰ ਰਿਹਾ, ਜਿਹੜੇ ਆਪਦੀ 10, 15, 12 ਹਜ਼ਾਰ ਦੀ ਕਮਾਈ ਦੇ ਨਾਲ ਜਿਹੜੇ ਟੁੱਥਪੇਸਟ ਜੇ ਖਰੀਦਦੇ ਨੇ, ਜੇ ਬਰੱਸ਼ ਖਰੀਦਦੇ ਨੇ, ਤੇ ਉਹਦੇ ਉੱਪਰ ਵੀ ਟੈਕਸ ਦਿੰਦੇ ਨੇ, ਇਹ ਬੋਝ ਉਹਨਾਂ ਦੇ ਉੱਪਰ ਪਊਗਾ। ਸੋ ਮੇਰੇ ਹੱਥ ਬੰਨ੍ਹ ਕੇ ਬੇਨਤੀ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨਾਂ ਨੂੰ ਇਹ ਹੈ ਕਿ ਜਿੱਥੇ ਸਰਕਾਰ ਦੀ ਨੀਅਤ ਦੇ ਵਿੱਚ ਉਹਨਾਂ ਨੂੰ ਕਮੀ ਲੱਗਦੀ ਹੈ, ਸਾਨੂੰ 100 ਵਾਰੀ ਆ ਕੇ ਮਿਲੋ। ਨਹੀਂ ਅਸੀਂ ਕਰਦੇ ਹੈਗੇ, ਸਾਡੇ ਘਰਾਂ ਮੂਹਰੇ ਧਰਨੇ ਵੀ ਲਾਓ, ਪਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਜਗਜੀਤ ਗੱਲੇਵਾਲ ਕਹਿੰਦੇ ਨੇ ਵੀ ਇਹ ਤਾਂ ਭਗਵੰਤ ਮਾਨ ਸਿਰਫ PM ਵਾਲੇ ਰਾਹ ਤੇ ਚੱਲ ਰਹੇ ਨੇ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਕਿਵੇਂ ਨਹੀਂ ਗੱਲ ਸੁਣਨ ਨੂੰ ਤਿਆਰ ਜੀ? ਡੱਲੇਵਾਲ ਸੁਣੋ, ਜਿੰਨੇ ਪੰਜਾਬ ਦੇ ਕਿਸਾਨ ਤਕਰੀਬਨ 1.5 ਸਾਲ ਉੱਥੇ ਬੈਠੇ ਰਹੇ, PM ਸਾਹਿਬ ਨੇ ਉਹਨਾਂ ਨੂੰ ਇੱਕ ਮੀਟਿੰਗ ਵੀ ਨਹੀਂ ਦਿੱਤੀ ਹੈਗੀ। ਤੁਸੀਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਕਿੰਨੀਆਂ ਮੀਟਿੰਗਾਂ ਦਿੱਤੀਆਂ ਤੇ ਕਿੰਨੀ ਵਾਰ ਸੁਣਵਾਈਆਂ ਹੋ ਗਈਆਂ। ਹੁਣ ਜੇ ਡਿਮਾਂਡਾਂ ਹੀ 65-66 ਹੋਣ, ਜਿਹਦੇ ਵਿੱਚ 90% ਡਿਮਾਂਡਾਂ ਦਾ ਕਿਸਾਨੀ ਨਾਲ ਲਿੰਕ ਹੀ ਕੋਈ ਨਾ ਹੋਵੇ, ਠੀਕ ਹੈ ਨਾ, ਤੇ ਉਹਨਾਂ ਦੇ ਨਾਲ ਤਾਂ ਉਹਨਾਂ ਦਾ ਕੋਈ ਲਿੰਕ ਨਹੀਂ ਨਾ ਹੋਣਾ ਚਾਹੀਦਾ ਹੈਗਾ। ਸੋ ਮੈਕਸੀਮਮ ਗੱਲਾਂ ਨੇ ਜਿਹੜੀਆਂ ਉਹ ਉਹਨਾਂ ਦੀਆਂ ਮੰਨੀਆਂ ਜਾ ਚੁੱਕੀਆਂ ਨੇ, ਹੋਰ ਵੀ ਨੇ ਜਿਹੜੀਆਂ ਉਹ ਮੰਨੀਆਂ ਜਾਣਗੀਆਂ, ਜਿਹੜੀਆਂ ਜਾਇਜ਼ ਹੋਣਗੀਆਂ। ਪਰ ਜੇ ਆਪਾਂ ਕਹੀਏ ਵੀ ਹਾਂ ਅਸੀਂ ਪੰਜਾਬ ਦੇ ਲੋਕਾਂ ਦੀ ਤੇ ਸਰਕਾਰ ਦੀ ਬਾਂਹ ਮਰੋੜ ਕੇ ਧਰਨੇ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਅਸੀਂ ਆਪਦੀਆਂ ਕੋਈ ਨਜਾਇਜ਼ ਗਲਤ ਗੱਲਾਂ ਵੀ ਮਨਾ ਲਾਂਗੇ, ਉਹ ਤਾਂ ਨਹੀਂ ਹੋਣਾ ਹੈਗਾ। ਜਾਇਜ਼ ਹੈ ਜੀ, ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਜੀ। ਸਾਡਾ ਤਾਂ ਨਹੀਂ, ਦੇਖੋ ਹੁਣ ਮੇਰੀ ਗੱਲ ਸੁਣੋ ਇੱਕ ਮਿੰਟ। ਜਿਹੜੇ ਅੱਜ ਕਹਿ ਰਹੇ ਨੇ ਉਹਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰ ਰਹੇ ਨੇ, ਉਹ ਚਾਹੇ 10 ਸਾਲ ਅਕਾਲੀ ਦਲ ਵਾਲੇ ਰਹਿ ਗਏ, ਚਾਹੇ 5 ਸਾਲ ਕਾਂਗਰਸ ਵਾਲੇ ਰਹਿ ਗਏ, ਉਹਨਾਂ ਤੋਂ ਮਸਲੇ ਕਿਉਂ ਨਾ ਹੱਲ ਹੋਏ ਜੀ? ਉਹਨਾਂ ਤੋਂ ਸਿੱਧੀ ਬਿਜਾਈ ਦਾ ਪੈਸਾ ਕਿਉਂ ਨਾ ਦਿੱਤਾ ਗਿਆ? ਉਹਨਾਂ ਤੋਂ ਮੂੰਗੀ MSP ਤੇ ਕਿਉਂ ਨਾ ਖਰੀਦੀ ਗਈ ਹੈਗੀ? ਉਹਨਾਂ ਤੋਂ ਗੰਨੇ ਦੇ ਰੇਟ ਸਭ ਤੋਂ ਘੱਟ ਉਹਨਾਂ ਨੇ ਕਿਉਂ ਰੱਖੇ? ਸਭ ਤੋਂ ਵੱਧ ਕਿਉਂ ਨਾ ਕੀਤੇ ਗਏ? ਉਦੋਂ ਡੱਕਾ ਤੋੜਿਆ ਨਹੀਂ ਹੈਗਾ ਉਹਨਾਂ ਨੇ, ਤੇ ਹੁਣ ਅੱਗ 'ਚ ਤੇਲ ਪਾਉਣ ਵਾਲਾ ਕੰਮ ਕਰ ਰਹੇ ਨੇ। ਸੋ ਇਹੋ ਜਿਹੀਆਂ ਗੱਲਾਂ ਤੋਂ ਉਹਨਾਂ ਨੂੰ ਵੀ ਗਰੇਜ ਕਰਨਾ ਚਾਹੀਦਾ।
ਬੜੀ ਜਲਦੀ ਉਹ ਵੀ ਹੋ ਜਾਊਗਾ ਜੀ। ਪੰਜਾਬ ਦੇ ਸਿਰ ਜਿੰਨੀ ਕਰਜ਼ੇ ਦੀ ਪੰਡ ਹੈ, ਉਸ ਕਰਜ਼ੇ ਦੀ ਪੰਡ ਨੂੰ ਹੌਲੀ ਹੌਲੀ ਇਮਾਨਦਾਰ ਰਾਜਨੀਤੀ ਦੇ ਨਾਲ, ਚੰਗੀ ਗੁੱਡ ਗਵਰਨੈਂਸ ਦੇ ਨਾਲ, ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਉਸ ਪੰਡ ਨੂੰ ਹੌਲੀ ਹੌਲੀ ਹਲਕਾ ਵੀ ਕਰਨ ਲੱਗੇ ਹੋਏ ਆ। ਰੈਵਨਿਊ ਦੇ ਜਿਹੜੇ ਰਿਸੋਰਸਿਸ ਨੇ, ਚਾਹੇ GST ਦੇ ਵਿੱਚੋਂ, ਚਾਹੇ ਐਕਸਾਈਜ਼ ਦੇ ਵਿੱਚੋਂ, ਚਾਹੇ ਟਰਾਂਸਪੋਰਟੇਸ਼ਨ ਦੇ ਵਿੱਚੋਂ, ਚਾਹੇ ਸਟੈਂਪ ਡਿਊਟੀ ਦੇ ਵਿੱਚੋਂ ਹੈ, ਇਹਨਾਂ ਦੇ ਵਿੱਚੋਂ ਰੈਵਨਿਊ ਜਨਰੇਟ ਵੀ ਕਰਨ ਲੱਗਿਆ। ਅਤੇ ਜਦੋਂ ਜਿਵੇਂ ਜਿਵੇਂ ਰੈਵਨਿਊ ਦੀ ਪੋਜੀਸ਼ਨ ਥੋੜ੍ਹੀ ਜਿਹੀ ਠੀਕ ਹੋ ਜਾਏਗੀ, ਉਹਦੇ ਨਾਲ ਅਸੀਂ ਇਹ ਵੀ ਬੜੀ ਜਲਦੀ ਦੇਣਾ ਸ਼ੁਰੂ ਕਰ ਦਿਆਂ। ਤੁਹਾਨੂੰ ਮੈਂ ਕਿਸ ਤਰੀਕੇ ਦੀ, ਕਿਸ ਕਦਰ ਦੀ ਲੁੱਟ ਸੀਗੀ, ਉਹਦੀ ਇੱਕ ਨਿੱਕੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਲੁਧਿਆਣਾ ਗਲਾਡਾ ਦੇ ਵਿੱਚ ਇੱਕ 1.5 ਪੌਣੇ 2 ਏਕੜ ਦੀ ਸਾਈਟ ਪਈ ਹੁੰਦੀ ਸੀਗੀ, ਜਿੱਥੇ ਰਾਮਲੀਲਾ ਵੇਲੇ ਜਾਂ ਕੋਈ ਵੈਸੇ ਮੇਲੇ ਵਗੈਰਾ ਲੱਗਦੇ ਸੀਗੇ। ਉਹ ਜਦੋਂ 15 ਦਿਨ ਚੱਲਦਾ ਸੀਗਾ ਰਾਮਲੀਲਾ ਦੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ, ਹੁਣ ਤੱਕ ਮੈਕਸੀਮਮ ਉਹਦਾ ਕਿਰਾਇਆ ਜਿਹੜਾ ਗਲਾਡਾ ਨੂੰ ਨੇ ਰਿਕਵਰ ਕੀਤਾ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਸਾਲ ਉਹ 15,100 ਰੁਪਏ ਸੀਗਾ। ਅਤੇ ਇਸ ਸਾਲ ਇੱਕ ਇਮਾਨਦਾਰ ਸਰਕਾਰ ਆਈ ਅਤੇ ਉਸੇ ਥਾਂ ਦਾ ਕਿਰਾਇਆ ਅਸੀਂ 4,71,000 ਰੁਪਇਆ ਹਰ ਰੋਜ਼ ਦਾ ਲਿਆ। 15 ਦਿਨਾਂ ਦੇ ਵਿੱਚ ਪਿਛਲੀ ਸਰਕਾਰ ਨਾਲੋਂ 68 ਲੱਖ ਰੁਪਏ, 68.5 ਲੱਖ ਰੁਪਇਆ ਗਲਾਡਾ ਕੋਲੇ ਵੱਧ ਆ ਗਏ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਹੀ ਮਾਇਨੇ ਦੇ ਵਿੱਚ ਤਾਂ ਜਿਹੜੇ ਪਾਸੇ ਨਿਗਾਹ ਨਾ ਮਾਰੀ ਉੱਥੇ ਹੋਈ ਭਲਾ। ਮੋਹਾਲੀ ਦੀ ਗੱਲ ਦੁਬਾਰਾ ਕਰ ਲਈਏ ਸਰ, ਮੋਹਾਲੀ ਦੇ ਵਿੱਚ ਸਫਾਈ ਦੀ ਬੜੀ ਵੱਡੀ ਸਮੱਸਿਆ, ਗਮਾਡਾ ਤੇ ਨਗਰ ਨਿਗਮ ਦਾ ਕੰਫਲਿਕਟ ਆਫ ਇੰਟਰਸਟ ਹਮੇਸ਼ਾ ਚੱਲਦਾ ਰਹਿੰਦਾ। ਤੁਸੀਂ ਮਸ਼ੀਨਾਂ ਦੀ ਗੱਲ ਕੀਤੀ ਸੀ, ਕੀ ਉਹ ਗਮਾਡਾ ਪਰਚੇਜ਼ ਕਰੇਗੀ ਕਿ ਉਹ ਨਗਰ ਨਿਗਮ ਪਰਚੇਜ਼? ਦੇਖੋ ਇਸ ਤਰ੍ਹਾਂ ਹੈ ਕਿ ਇਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਬਾਰੇ ਅਸੀਂ ਜਿਹੜੀ ਕੋਆਰਡੀਨੇਸ਼ਨ ਮੀਟਿੰਗ ਹੈ ਜਿਹੜੀ ਅੱਜ ਕੀਤੀ ਹੈ, ਅਤੇ ਇਹਨੂੰ ਇੱਕ ਅਸੀਂ ਰੈਗੂਲਰ ਫੀਚਰ ਬਣਾਵਾਂਗੇ। ਮਹੀਨੇ 1.5 ਮਹੀਨੇ ਬਾਅਦ ਇਹ ਮੀਟਿੰਗ ਹੋਇਆ ਕਰੇਗੀ। ਇਸੇ ਵਾਸਤੇ ਹੀ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਬੈਸਟ ਪੋਸੀਬਲ ਅਵੇਲੇਬਲ ਮਸ਼ੀਨਾਂ ਹੈਗੀਆਂ ਵਰਲਡ ਓਵਰ, ਉਹ ਖਰੀਦ ਰਿਹਾ। ਇੱਕ ਮਸ਼ੀਨ ਤਕਰੀਬਨ 2.5 ਕਰੋੜ ਦੇ ਕਰੀਬ ਹੈ। 4 ਮਸ਼ੀਨਾਂ ਖਰੀਦ ਰਿਹਾ। ਉਹ ਫੰਡ ਉਹਨੂੰ ਗਮਾਡਾ ਕਰੇਗਾ ਅਤੇ ਖਰੀਦੇਗਾ ਲੋਕਲ ਗਵਰਨਮੈਂਟ, ਅਤੇ ਆਪਰੇਟ ਵੀ ਲੋਕਲ ਗਵਰਨਮੈਂਟ ਹੀ ਕਰੂਗੀ। ਇੱਕ ਮਸ਼ੀਨ ਕੁਲਵੰਤ ਸਿੰਘ ਉਹਨਾਂ ਨੇ ਆਪਣੀ ਮੇਅਰਸ਼ਿਪ ਵੇਲੇ ਖਰੀਦੀ ਸੀ, ਉਹ ਮਸ਼ੀਨ ਦਾ ਅੱਜ ਤੱਕ ਰੌਲਾ, ਉਹਦੇ ਬਾਰੇ ਕੀ ਹੋਊਗਾ ਜੀ? ਉਹ ਵੀ 1 ਕਰੋੜ 80 ਲੱਖ ਦੀ ਮਸ਼ੀਨ ਸੀ, ਉਹ ਵੀ ਵਰਲਡ ਲੈਵਲ ਦੀ ਬਹੁਤ ਵਧੀਆ ਮਸ਼ੀਨ। ਅਜੇ ਕੋਰਟ ਕੇਸ ਚੱਲ ਰਿਹਾ ਉਹਦਾ, ਕੀ ਕਰਨਾ ਉਹਦਾ? ਸਰ ਪ੍ਰੈਸ ਵਾਲਿਆਂ ਵਾਸਤੇ ਕੋਈ ਸੋਚ ਰਹੇ ਹੋ ਗਮਾਡਾ ਵੱਲੋਂ? ਕੋਈ ਸਾਡੇ ਕੋਲ ਮੋਹਾਲੀ ਤੋਂ ਭਵਨ ਵੀ ਆਨੇ ਕੁਝ ਵੀ ਹੈ ਸਰ ਇੱਕ ਤੁਸੀਂ ਜਿਹੜੇ ਸਰ ਸਵਾਲ ਦਾ ਜਵਾਬ ਦੇ ਦਿਓ। ਇੱਕ ਮਿੰਟ ਪਹਿਲਾਂ ਕੋਈ ਸਾਡੀ ਸੋਸ਼ਲ ਕੰਮ ਕਰੇਗੀ ਪ੍ਰੈਸ ਵਾਲਿਆਂ ਵੱਲ? ਕੋਈ ਭਵਨ ਨਹੀਂ ਹੈ ਕੋਈ ਸਾਰੀ ਪ੍ਰੈਸ। ਤੁਸੀਂ 7 ਮਹੀਨਿਆਂ ਦੇ ਵਿੱਚ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ, ਅਤੇ ਹਜੇ ਤੱਕ ਮੇਰੇ ਕੋਲ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਆਈ ਹੈਗੀ। ਸਰ ਆਪੇ ਲੈ ਲਓ। ਹੁਣ ਜੇ ਕੈਮਰੇ ਦੇ ਵਿੱਚ ਹੀ ਆਪਾਂ ਸਵਾਲ ਕਰਨਾ ਹੈ, ਤੇ ਸਰਕਾਰ ਦਾ ਕੰਮ ਕੈਮਰੇ ਨਾਲ ਨਹੀਂ ਚੱਲਦਾ। ਸਰਕਾਰ ਦਾ ਕੰਮ ਲਿਖਤੀ ਤੌਰ ਦੇ ਉੱਪਰ ਚੱਲਦਾ ਹੁੰਦਾ। ਕੋਈ ਰਿਪਰੈਜ਼ੈਂਟੇਸ਼ਨ ਦੋ ਤੇ ਵਿਚਾਰ ਕਰ ਲਾਂਗੇ। ਸਰ ਟੋਲ ਪਲਾਜ਼ਾ ਤੇ ਜੈਲੋ ਕਾਰਡ ਤੇ ਐਕ੍ਰੈਡੀਸ਼ਨ ਕਾਰਡ ਵਾਲਿਆਂ ਨੂੰ ਜਿਹੜਾ ਫ੍ਰੀ ਦਾ ਜਿਹੜੇ ਜੈਲੋ ਕਾਰਡ ਹੋਲਡਰ ਨੇ, ਐਕ੍ਰੈਡੀਸ਼ਨ ਨੇ ਨਾ ਪੱਤਰਕਾਰ, ਉਹਨਾਂ ਨੂੰ ਜਿਹੜੇ ਟੋਲ ਪਲਾਜ਼ਾ ਤੇ ਫ੍ਰੀ ਦਿੱਤਾ ਗਿਆ। ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਜਿਹੜੇ ਟੋਲ ਪਲਾਜ਼ੇ ਨੇ ਉੱਥੇ ਜ਼ਬਰਦਸਤੀ ਹੁਣ ਲੈ ਰਹੇ ਨੇ ਉੱਥੇ। ਨਹੀਂ, ਜੇ ਕੋਈ ਅਜਿਹੀ ਕਿਸੇ ਪਰਟੀਕੁਲਰ ਮੇਰੀ ਗੱਲ ਸਮਝੋ ਇਹ ਵੀ ਗੱਲ ਤੁਸੀਂ ਪਹਿਲੇ ਬੰਦੇ ਜਿਹੜੇ ਧਿਆਨ 'ਚ ਲਿਆ ਰਹੇ ਹੋ, ਇਹੋ ਜਿਹੀ ਜੇ ਕੋਈ ਗੱਲ ਹੈਗੀ ਤੁਸੀਂ ਮੇਰੇ ਕੋਲ ਰਿਪਰੈਜ਼ੈਂਟੇਸ਼ਨ ਭੇਜੋ ਕਿਸੇ ਪਰਟੀਕੁਲਰ ਟੋਲ ਪਲਾਜ਼ੇ ਦੀ। ਜੇ ਕੰਪਲੇਂਟ ਹੈ ਨਹੀਂ ਐਗਜ਼ੈਂਪਟਡ ਹੈ, ਸੁਣੋ ਐਗਜ਼ੈਂਪਟਡ ਹੈ, ਨਹੀਂ ਉਹ ਐਗਜ਼ੈਂਪਟ ਨਹੀਂ ਕਰਦੇ ਨੇ ਜੀ। ਨਹੀਂ ਉਹ ਵੈਸੇ ਮੇਰੀ ਗੱਲ ਨਹੀਂ ਸਮਝੇ ਤੁਸੀਂ। ਵੈਸੇ ਐਗਜ਼ੈਂਪਟਡ, ਵੈਸੇ ਮੈਂਡੇਟਡ ਤੁਹਾਨੂੰ ਐਗਜ਼ੈਂਪਟਡ ਹੋ, ਠੀਕ ਹੈ। ਫਿਰ ਜੇ ਲੈਂਦੇ ਨੇ ਤਾਂ ਤੁਸੀਂ ਮੈਨੂੰ ਰਿਪਰੈਜ਼ੈਂਟੇਸ਼ਨ ਭੇਜੋ ਕਿ ਫਲਾਣਾ ਟੋਲ ਹੈ ਜਿਹੜਾ ਉਹ ਇਹ ਚਾਰਜ ਕਰ ਰਿਹਾ, ਮੈਂ ਕੰਸਰਨ ਮਿਨਿਸਟਰ ਸਾਹਿਬ ਨੂੰ PWD ਦੇ ਅੰਡਰ ਆਉਂਦੇ ਨੇ, ਮੈਂ ਉਹਨਾਂ ਕੋਲ ਭੇਜੂਗਾ। ਇਹ ਅਸੀਂ ਤਾਂ ਜਿਹੜੇ ਟੋਲ ਪਲਾਜ਼ੇ ਜਿਨ੍ਹਾਂ ਦੀ ਟੈਨਿਓਰ ਖਤਮ ਹੋ ਚੁੱਕੀ ਸੀਗੀ ਸਾਰੇ ਪੰਜਾਬ ਨੂੰ, ਜਿਹੜੇ ਲੁੱਟਣ ਲੱਗੇ ਹੋਏ ਸੀਗੇ, ਮਾਨ ਸਾਹਿਬ ਨੇ ਤਾਂ ਉਹ ਕਿੰਨੇ ਬੰਦ ਕਰਾਤੇ ਤੇ ਅੱਗੇ ਕਿੰਨੇ ਹੋਰ ਬੰਦ ਹੋ ਜਾਣੇ ਜਿਹਨਾਂ ਦਾ ਟਾਈਮ ਪੂਰਾ ਹੋ ਚੁੱਕਿਆ। ਸਰਕਾਰ ਮੌਕੇ ਡੀਸੀਆਂ ਨੂੰ ਉਹਨਾਂ ਨੇ ਲਿਖ ਕੇ ਭੇਜਿਆ ਸੀ ਵੀ ਡੀਸੀ ਆਪਣੇ ਪੱਧਰ ਤੇ ਚੈੱਕ ਕਰ ਲੈਣ, ਜੇਕਰ ਇਸ ਤਰ੍ਹਾਂ ਪੱਤਰਕਾਰ ਨਾਲ ਜਿਸ ਤਰ੍ਹਾਂ ਵਧੀਕੀ ਹੁੰਦੀ ਆ ਉਹ ਵੀ ਉਹ ਉੱਥੇ ਜਿਹੜਾ ਟੋਲ ਪਲਾਜ਼ਾ ਤੇ ਉਹ ਦੇ ਸਕਦੇ ਨੇ। ਕੋਈ ਇਸ ਤਰ੍ਹਾਂ ਦਾ ਜੇ ਤੁਸੀਂ ਕਰ ਸਕਦੇ ਜ਼ਿਆਦਾ। ਦੇਖੋ ਇਸ ਤਰ੍ਹਾਂ ਹੈ ਕਿ ਕਈ ਵਾਰੀ ਨਾ ਜਿਹੜੇ ਲੀਡਰ ਹੁੰਦੇ ਨੇ ਨਾ, ਇਹੋ ਜਿਹੀ ਗੱਲ ਗਵਾਰਾ ਛੱਡ ਦਿੰਦੇ ਨੇ, ਗੱਡੇ ਨਾਲ ਕੱਟਾ ਬੰਨ੍ਹ ਦਿੰਦੇ ਨੇ, ਜਿਹੜਾ ਕਿ ਪੋਸੀਬਲ ਨਹੀਂ ਹੈ। ਹੁਣ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹੋ, ਤੁਹਾਡੇ ਤੋਂ ਟੋਲ ਲੈ ਲਿਆ, ਤੇ ਡੀਸੀ ਉੱਥੇ ਟੋਲ ਤੇ ਕਿਵੇਂ ਪਹੁੰਚੂਗਾ ਜੀ? ਪ੍ਰੈਕਟੀਕਲ ਹੈ? ਮੇਰੇ ਕਹਿਣ ਦਾ ਮਤਲਬ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ। ਮੇਰੀ ਗੱਲ ਨਹੀਂ ਸਮਝੋ, ਮੇਰੇ ਕੋਲ ਗੋਲ ਗੱਲਾਂ ਤਾਂ ਹੈ ਨਹੀਂਗਾ। ਮੈਂ ਤੁਹਾਡੇ ਨਾਲ ਸਪਸ਼ਟ ਗੱਲ ਕਰ ਰਿਹਾ ਵੀ ਤੁਹਾਨੂੰ ਜੇ ਕੋਈ ਕਿਸੇ ਵੀ ਪੱਖੋਂ ਕੋਈ ਬੰਦਾ ਪਾਲਿਸੀ ਦੇ ਰੂਲ ਦੇ ਅਗੇਂਸਟ ਜਾ ਕੇ ਤੁਹਾਡੇ ਤੋਂ ਚਾਰਜ ਕਰ ਰਿਹਾ ਹੈ, ਤੁਸੀਂ ਸਾਨੂੰ ਲਿਖ ਕੇ ਭੇਜੋ, ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ। ਥੈਂਕ ਯੂ।